मैं सुमन जेटली स्वागत करती हाँ। अज केंद्र की मोदी सरकार नूं सत्ता विच आए 7 साल हो गए ने ते अज यानी कि 26 मई नूं किसानां नूं धरने ते बैठे 6 महीने हो चुके ने। 26 मई का दिन किसानां वालों ब्लैक डे यानी कि काला दिन वजों मनाया जा रहा अज का दिन। ते अज इस मुद्दे ते गलबात करन दे लई मेरे नाल चीफ एडिटर राजदीप सिंह बेनीपाल मौजूद ने ते नाल ब्यूरो हेड रणबीर सिंह राणा। गलबात करांगे। राजदीप जी, 7 साल हो गए ने मोदी सरकार नूं सत्ता विच आए, की उपलब्धियां तुसीं गिणवाउणा चाहुंदे हो, साडे दर्शकां नूं दसना चाहुंदे हो? सुमन, इस तरह देखो, ਜਦੋਂ ਮੋਦੀ ਦੀ ਸਰਕਾਰ ਦੇਸ਼ 'ਚ ਆਈ ਹੈ, ਸੱਤਾ 'ਚ ਹਾਸਲ ਕੀਤੀ ਹੈ ਬੀਜੇਪੀ ਨੇ, ਉਦੋਂ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ। ਵਧੀਆ ਮੈਡੀਕਲ ਫੈਸਿਲਿਟੀਜ਼ ਦੀ ਗੱਲ ਕੀਤੀ ਗਈ, ਵਧੀਆ ਐਜੂਕੇਸ਼ਨ ਦੀ ਗੱਲ ਕੀਤੀ ਗਈ ਤੇ ਵਧੀਆ ਪਿੰਡਾਂ ਦੀ ਗੱਲ ਕੀਤੀ ਗਈ ਤੇ ਸਮਾਰਟ ਸਿਟੀਜ਼ ਦੀ ਗੱਲ ਕੀਤੀ ਗਈ। ਮੈਂ ਇਹ ਸਮਝਦਾ ਵੀ ਉਹ ਇੱਕ ਸਾਰੀਆਂ ਗੱਲਾਂ ਬੇਬੁਨਿਆਦੀ ਸਾਬਤ ਹੋਈਆਂ ਨੇ। ਸਭ ਤੋਂ ਪਹਿਲਾਂ ਤੁਸੀਂ ਦੇਸ਼ ਦੇ ਤੁਸੀਂ ਆ ਜਾਓ ਵੀ ਐਜੂਕੇਸ਼ਨ ਸਿਸਟਮ ਤੇ ਆ ਜਾਓ। ਦੇਸ਼ ਦਾ ਐਜੂਕੇਸ਼ਨ ਸਿਸਟਮ ਲਾ ਲਓ। ਐਜੂਕੇਸ਼ਨ ਰੀੜ੍ਹ ਦੀ ਹੱਡੀ ਹੁੰਦੀ ਹੈ ਦੇਸ਼ ਦੀ। ਐਜੂਕੇਸ਼ਨ ਦਾ ਜਿਹੜਾ ਬਜਟ ਹੈ ਸਰਕਾਰ ਨੇ, ਉਹ ਪਹਿਲਾਂ ਵੀ 1 ਲੱਖ, ਪਹਿਲਾਂ ਵੀ 90,000 ਕਰੋੜ ਸੀਗਾ ਤੇ ਹੁਣ ਵੀ 95,000 ਕਰੋੜ ਜਿਹੜਾ ਬਜਟ ਹੈਗਾ ਐਜੂਕੇਸ਼ਨ ਬਜਟ ਨਹੀਂ ਵਧਾਇਆ ਗਿਆ। ਹੁਣ ਮੈਡੀਕਲ ਬਜਟ ਦੀ ਗੱਲ ਕਰੀਏ, ਮਨਮੋਹਨ ਸਿੰਘ ਦੀ ਸਰਕਾਰ 'ਚ 60,000 ਕਰੋੜ ਦੇ ਲਗਭਗ ਸੀਗਾ ਤੇ ਹੁਣ ਸਿਰਫ 5,000 ਕਰੋੜ ਰੁਪਈਆ ਸਾਲਾਨਾ ਵਧਾਇਆ ਗਿਆ ਹੈਗਾ। ਹੁਣ ਆਪਾਂ ਸਮਾਰਟ ਸਿਟੀਜ਼ ਦੀ ਗੱਲ ਕਰਦੇ ਹਾਂ। 98,000 ਕਰੋੜ ਰੁਪਈਆ ਨੇ ਸਮਾਰਟ ਸਿਟੀਜ਼ ਰੱਖਿਆ ਸੀਗਾ। 98,000 ਕਰੋੜ ਦੇ ਵਿੱਚੋਂ ਕੋਈ ਸਮਾਰਟ ਸਿਟੀ ਅੱਜ ਤੱਕ ਕੰਪਲੀਟ ਨਹੀਂ ਹੋ ਪਾਈ। ਵਿੱਚੋਂ 41,000 ਕਰੋੜ ਰੁਪਏ ਖਰਚੀ ਬੈਠੇ ਨੇ ਤੇ 7 ਸਾਲ ਹੋ ਗਏ ਨੇ, 7.5 ਸਾਲ ਸੱਤਾ 'ਚ ਆਇਆ ਨੂੰ, ਤੇ ਅੱਜ ਤੱਕ ਕੋਈ ਸਮਾਰਟ ਸਿਟੀ ਕੰਪਲੀਟ ਨਹੀਂ ਹੋ ਚੁੱਕੀ ਤੇ 41,000 ਕਰੋੜ ਦਾ ਸਾਡਾ ਖਰਚਿਆ ਗਿਆ। ਏਮਸ ਦੀ ਜੇਕਰ ਗੱਲ ਹੁਣ ਦੇਖੋ, ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਮੈਡੀਕਲ ਫੈਸਿਲਿਟੀਜ਼ ਹੈ, ਜਿਹੜੀ ਹੁਣ ਆਪਾਂ ਦੇਖਿਆ ਹਿੰਦੁਸਤਾਨ ਦੇ ਵਿੱਚ ਮੈਡੀਕਲ ਡਿਜ਼ਾਸਟਰ ਆਇਆ ਹੈਗਾ, ਉਹਦੇ 'ਚ ਸਾਡੀ ਮੈਡੀਕਲ ਫੈਸਿਲਿਟੀਜ਼ ਕੀ ਨੇ? ਦੇਸ਼ ਦੇ ਵਿੱਚ ਟੋਟਲ 23 ਏਮਸ ਨੇ, ਜਿਹਦੇ ਵਿੱਚੋਂ ਜਿਹੜੇ ਐਕਟਿਵ ਏਮਸ ਹੈਗੇ ਨੇ, ਮੈਂ 5 ਕੀਤੇ ਸੀਗੇ ਮਨਮੋਹਨ ਸਿੰਘ ਨੇ ਅਨਾਊਂਸ, ਉਹਨਾਂ 'ਚ 2 ਉਹਨਾਂ ਨੇ ਆਪਣੇ 10 ਸਾਲ 'ਚ ਪੂਰੇ ਕਰਤੇ, 2 ਉਹਨਾਂ ਦੇ ਪੈਂਡਿੰਗ, 3 ਉਹਨਾਂ ਦੇ ਪੈਂਡਿੰਗ ਰਹਿ ਗਏ। 15 ਏਮਸ ਮੋਦੀ ਸਾਹਿਬ ਨੇ ਅਨਾਊਂਸ ਕੀਤੇ ਸੀਗੇ, 15 ਏਮਸ ਅਨਾਊਂਸ ਕੀਤੇ ਸੀ ਮੋਦੀ ਸਾਹਿਬ ਨੇ। 15 ਦੇ ਵਿੱਚੋਂ ਹੈਰਾਨੀ ਵਾਲੀ ਗੱਲ ਹੈ ਵੀ 1 ਏਮਸ ਵੀ ਪੂਰਾ ਨਹੀਂ ਹੋ ਸਕਿਆ। ਨਾਟ ਅ ਸਿੰਗਲ ਏਮਸ। ਹਾਂ, ਜਿਹੜਾ ਕਿਤੇ ਅੰਡਰ ਕੰਸਟਰਕਸ਼ਨ ਹੈਗਾ, ਕੋਈ ਕਿਤੇ ਕੋਈ ਬਿਲਡਿੰਗ ਖੜੀ ਹੈ, ਕਿਤੇ ਮੈਡੀਕਲ ਹੈ, ਕੋਈ ਵੀ ਏਮਸ ਚਾਲੂ ਹਾਲਤ 'ਚ ਨਹੀਂ ਹੈਗਾ। ਜੇ ਆਪਾਂ ਕਹੀਏ ਹਸਪਤਾਲ ਚਾਲੂ ਹਾਲਤ 'ਚ ਹੈਗਾ, ਅਜਿਹਾ ਕੋਈ ਏਮਸ ਨਹੀਂ ਹੈਗਾ। ਹੁਣ ਤੁਸੀਂ ਦੇਖੋ ਵੀ ਸਰਕਾਰ ਦੀ ਕੀ ਅਚੀਵਮੈਂਟ ਕੀ ਹੈ ਇਹਦੇ ਵਿੱਚ। ਜੇ ਅਸੀਂ ਸਿਹਤ ਸਹੂਲਤਾਂ ਦੇ ਸਕੇ, ਹੁਣ ਆਹ ਦੇਖ ਲਓ ਕਿੰਨੇ ਲੋਕ ਮਰੇ ਦੇਸ਼ ਦੇ ਵਿੱਚ ਕਰੋਨਾ ਦੇ ਵਿੱਚ। ਨਾ ਦੇਸ਼ ਕੋ ਆਕਸੀਜਨ ਸੀਗੀ, ਨਾ ਦੇਸ਼ ਕੋ ਮੈਡੀਕਲ ਸਿਸਟਮ ਸੀਗਾ, ਨਾ ਵੈਕਸੀਨੇਸ਼ਨ ਸੀਗੀ, ਦੇਸ਼ ਕੋ ਕੁਛ ਨਹੀਂ ਸੀਗਾ। ਜਿੰਨਾ ਬਜਟ ਅਨਾਉਂਸ ਹੋਇਆ ਵੈਕਸੀਨ ਨੂੰ ਲੈ ਕੇ, ਕਿੰਨੇ ਕੁ ਲੋਕਾਂ ਤੱਕ ਇਹ ਵੈਕਸੀਨ ਪਹੁੰਚ ਸਕਦੀ ਹੈ? ਪਹਿਲਾਂ ਤਾਂ ਦੇਖੋ 35,000 ਕਰੋੜ ਰੁਪਏ ਇਹਨਾਂ ਨੇ ਬਜਟ ਰੱਖਿਆ। 65,000 ਕਰੋੜ ਦਾ ਵੈਸੇ ਬਜਟ ਹੈ ਦੇਸ਼ ਦਾ, ਤੇ 35,000 ਕਰੋੜ ਰੁਪਏ ਹੋ ਰੱਖਿਆ। ਇੱਕ ਨੇ ਹੋਰ ਮਹਿਕਮਾ ਨਾਲ ਜੋੜ ਕੇ 2.5 ਲੱਖ ਕਰੋੜ ਦਾ ਬਜਟ ਦਿਖਾਤਾ, ਜਿਹੜਾ ਮੈਡੀਕਲ ਬਜਟ ਵਧਾਤਾ ਸੀ ਇੱਥੇ ਲੈ ਗਏ। ਉਹ ਬਹੁਤ ਬਿਲਕੁਲ ਬਹੁਤ ਝੂਠੀ ਗੱਲ ਸੀਗੀ। ਹਾਂ, 2 ਲੱਖ ਕਰੋੜ, 2.5 ਲੱਖ ਕਰੋੜ ਦੇ ਲਗਭਗ ਗਿਆ ਸੀਗਾ। 35,000 ਕਰੋੜ ਜੋ ਇਹਨਾਂ ਨੇ ਬਜਟ 'ਚ ਰੱਖਿਆ ਹੈਗਾ, ਜਿਸ ਹਿਸਾਬ ਨਾਲ ਵੈਕਸੀਨੇਸ਼ਨ ਦੀ ਕੀਮਤ ਨਿਰਧਾਰਿਤ ਕੀਤੀ ਗਈ ਹੈਗੀ ਆ, 50 ਕਰੋੜ ਬੰਦੇ ਤੋਂ ਬਾਅਦ ਵੈਕਸੀਨੇਸ਼ਨ ਨਹੀਂ ਲੱਗ ਸਕਦੀ ਤੇ 140 ਕਰੋੜ ਬੰਦੇ ਦੀ ਵੈਕਸੀਨੇਸ਼ਨ ਲੱਗਣੀ ਹੈ। ਤੇ ਇਹ ਕਿਸ ਤਰ੍ਹਾਂ ਸਰਕਾਰ ਲਾਊਗੀ ਜੀ? ਤੇ ਕੀ ਲੋਕ ਜਨਤਾ ਪੁੱਛੂਗੀ ਨਹੀਂ ਸਰਕਾਰ ਤੋਂ ਵੀ ਦੱਸੋ ਸਾਡੀ ਵੈਕਸੀਨੇਸ਼ਨ ਕਿੱਥੇ ਆ? ਉਹਦਾ ਬੁਨਿਆਦੀ ਹੱਕ ਆ ਲੋਕਾਂ ਦਾ, ਜਿਹੜੀ ਮੈਡੀਕਲ ਸਹੂਲਤ ਹੈਗੀ ਆ, ਸਿਹਤ ਸਹੂਲਤ ਹੈਗੀ, ਬੁਨਿਆਦੀ ਹੱਕ ਹੈਗਾ। ਸਰਕਾਰ ਕੋਲ ਕੀ ਜਵਾਬ ਹੈ? ਸਰਕਾਰ ਨੇ ਕਿੱਡਾ ਵੱਡਾ ਝੂਠ ਬੋਲਿਆ, ਇਸ ਐਡੀ ਵੱਡੀ ਤਰਾਸਦੀ ਦੇ ਵਿੱਚ ਐਡਾ ਵੱਡਾ ਝੂਠ ਬੋਲਿਆ ਗਿਆ ਹੈਗਾ ਕਿ ਵੈਕਸੀਨੇਸ਼ਨ ਲਾਈ ਜਾਏਗੀ। ਕਿਸੇ ਵੀ ਦੇਸ਼ ਦੇ ਹਾਲਾਤ ਜੇਕਰ ਦੇਖਣੇ ਹੋਣ, ਤਰੱਕੀ ਕਰ ਰਿਹਾ ਜਾਂ ਨਹੀਂ ਕਰ ਰਿਹਾ, ਤਾਂ ਸਿੱਖਿਆ ਤੇ ਸਿਹਤ ਵੱਲ ਝਾਤ ਮਾਰਨੀ ਬਹੁਤ ਜ਼ਰੂਰੀ ਹੁੰਦੀ ਹੈ। ਤੇ ਇਸ ਵੇਲੇ ਸਾਡੇ ਸਿੱਖਿਆ ਤੇ ਸਿਹਤ ਤੰਤਰ ਦੇ ਕੀ ਹਾਲਾਤ ਨੇ, ਰਾਜਦੀਪ ਜੀ ਨੇ ਜਿਸ ਤਰ੍ਹਾਂ ਦੱਸਿਆ? ਬਿਲਕੁਲ ਸੁਮਨ, ਜਦੋਂ ਅਸੀਂ 7 ਸਾਲਾਂ ਦੀ ਗੱਲ ਕਰਦੇ ਹਾਂ ਤਾਂ 26 ਮਈ 2014 ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਤਾਂ ਬਹੁਤ ਆਸਾਂ ਉਮੀਦਾਂ ਸੀਗੀਆਂ ਲੋਕਾਂ ਨੂੰ ਕਿ ਸ਼ਾਇਦ ਹੁਣ ਬਹੁਤ ਵੱਡਾ ਬਦਲਾਅ ਆ ਜਾਊਗਾ ਦੇਸ਼ ਦੇ ਵਿੱਚ, ਕਿਉਂਕਿ 10 ਸਾਲ ਦੀ ਐਂਟੀ ਇਨਕੰਬੈਂਸੀ ਸੀਗੀ ਯੂਪੀਏ ਗਵਰਨਮੈਂਟ ਦੀ। ਤਾਂ ਇੱਕ ਰੈਵੋਲੂਸ਼ਨ ਦੀ ਉਮੀਦ ਕੀਤੀ ਗਈ। ਤਾਂ ਬਹੁਤ ਵੱਡੇ ਵੱਡੇ ਦਾਅਵੇ ਉਸ ਦੌਰਾਨ ਕੀਤੇ ਗਏ, ਮੇਕ ਇਨ ਇੰਡੀਆ, ਮੇਡ ਇਨ ਇੰਡੀਆ ਤੋਂ ਲੈ ਕੇ ਸਮਾਰਟ ਸਿਟੀ ਪ੍ਰੋਜੈਕਟਸ ਜਾਂ ਏਮਸ ਦੀ ਗੱਲ ਹੋਈ ਆ, ਹੋਰ ਬਹੁਤ ਵੱਡੇ ਵੱਡੇ ਦਾਅਵੇ, ਸਵੱਛਤਾ ਅਭਿਆਨ ਚੱਲਿਆ, ਐਮਪੀਜ਼ ਦੇ ਵੱਲੋਂ ਕਿਹਾ ਗਿਆ ਕਿ ਗੋਦ ਲੈਣਗੇ ਪਿੰਡ। ਹੁਣ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਕਿੱਥੇ ਨੇ ਐਮਪੀ ਦੇ ਜਿਹੜੇ ਗੋਦ ਲਏ ਪਿੰਡ ਸੀਗੇ, ਕੀ ਬਣਿਆ ਉਹਨਾਂ ਦਾ? ਸਮਾਰਟ ਸਿਟੀ ਪ੍ਰੋਜੈਕਟ ਕੱਲਾ ਲੁਧਿਆਣੇ ਦੀ ਗੱਲ ਕਰਦੇ ਹਾਂ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿੱਥੇ ਹੈ? ਕੀ ਕੋਈ ਸਮਾਰਟ ਸਿਟੀ ਪ੍ਰੋਜੈਕਟ ਕੰਪਲੀਟ ਹੋਇਆ? ਮੇਕ ਇਨ ਇੰਡੀਆ ਦੀ ਗੱਲ ਕਰਦੇ ਹੋ, ਕਿੱਥੇ ਖੜੇ ਹੋ? 5 ਟ੍ਰਿਲੀਅਨ ਇਕੋਨਮੀ ਦੀ ਗੱਲ ਕਰਦੇ ਹੋ, ਕਿੱਥੇ ਹੈ? ਜੇ ਮੋਦੀ ਸਰਕਾਰ ਜਾਂ ਜਿਹੜੀ ਭਾਜਪਾ ਏ ਉਹ ਇਸ ਲੈਵਲ 'ਤੇ ਕੋਈ ਕੰਮ ਕਰਦੀ ਤਾਂ ਅੱਜ ਵੱਖ-ਵੱਖ ਥਾਵਾਂ 'ਤੇ ਪ੍ਰੈਸ ਕਾਨਫਰੰਸਾਂ ਹੁੰਦੀਆਂ, ਉਹ ਇਸ ਨੂੰ ਸੈਲੀਬ੍ਰੇਟ ਕਰ ਰਹੇ ਹੁੰਦੇ ਕਿ ਸਾਡੇ 7 ਸਾਲ ਹੋ ਗਏ ਸਰਕਾਰ ਨੂੰ। ਕਿੱਥੇ ਅੱਜ ਕੋਈ ਜਿਹੜਾ ਭਾਜਪਾ ਦਾ ਆਗੂ ਆ ਬੋਲ ਤੱਕ ਨਹੀਂ ਰਿਹਾ ਹੈਗਾ, ਜੇ ਕਿਤੇ ਜਾਂਦਾ ਏ ਤਾਂ ਵਿਰੋਧ ਹੁੰਦਾ ਏ। एड्डे वड्डे पद्धर ते विरोध हो रहा पर बहाना करोना का दिता जा रहा है। तो 7 साल पूरे होए ने, कुछ ऐलान करना सीगा, कुछ जश्न मनाए जाने सीगे, है ना, कोई आयोजन जिहड़ा ऐलान करना जाना चाहिए सी।
ਦੇਖੋ ਸੁਮਨ ਇਸ ਤਰ੍ਹਾਂ ਹੈਗਾ, ਹੁਣ ਆਪਾਂ ਜੋ ਤਰਾਸਦੀ ਹੁਣ ਹੋਈ ਮੈਡੀਕਲ ਡਿਜ਼ਾਸਟਰ ਜੋ ਦੇਸ਼ 'ਚ ਹੋਇਆ ਹੈਗਾ, ਦੇਸ਼ ਕੋ ਨਾ ਤਾਂ ਆਕਸੀਜਨ ਸੀਗੀ, ਠੀਕ ਹੈ, ਨਾ ਬੈੱਡ ਸੀਗੇ। ਤੁਸੀਂ ਇਹ ਦੇਖੋ ਵੀ ਇਹਨਾਂ ਕੋਲ ਵੈਂਟੀਲੇਟਰ ਨਹੀਂ ਸੀਗੇ, ਨਾ ਪੰਜਾਬ ਕੋਲ ਵੀ ਨਹੀਂ ਸੀਗੇ। ਪੰਜਾਬ ਦੇ ਵਿੱਚ ਸਿਰ ਅੰਮ੍ਰਿਤਸਰ ਜ਼ਿਲ੍ਹੇ 'ਚ ਸਰਪਲਸ ਅੱਜ ਦੀ ਘੜੀ ਵੈਂਟੀਲੇਟਰ, ਲੁਧਿਆਣੇ 'ਚ ਵੈਂਟੀਲੇਟਰ ਨਹੀਂ ਹੈਗਾ, ਜਿਹਨੂੰ ਅਸੀਂ ਕਹਿੰਦੇ 3rd ਸਟੇਜ ਦਾ ਪੇਸ਼ੈਂਟ ਹੈਗਾ। ਬਿਲਕੁਲ, ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਵੈਂਟੀਲੇਟਰ, ਇੱਕ ਵੀ ਵੈਂਟੀਲੇਟਰ ਨਹੀਂ ਹੈਗਾ ਜਿੱਥੇ। ਤੇ ਤੁਸੀਂ ਹੁਣ ਆਪਾਂ ਦੇਸ਼ ਦੀ ਆਪਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਗੱਲ ਕਰੀਏ, 2014 ਤੋਂ ਲੈ ਕੇ ਮਾਰਚ 2020 ਤੱਕ ਸੁਮਨ ਇਹਨਾਂ ਨੇ 6700 ਕਰੋੜ ਰੁਪਈਆ ਆਪਣੀ ਪ੍ਰਚਾਰ ਤੇ ਖਰਚਿਆ। 6700 ਕਰੋੜ ਰੁਪਈਆ, 1.25 ਕਰੋੜ ਦੇ ਵਿੱਚ ਇੱਕ ਆਕਸੀਜਨ ਪਲਾਂਟ ਲੱਗਦਾ, 3 ਲੱਖ ਦਾ ਇੱਕ ਵੈਂਟੀਲੇਟਰ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਇਹਨਾਂ ਦੇ ਪ੍ਰਚਾਰ ਜ਼ਰੂਰੀ ਸੀਗਾ ਇਹਨਾਂ ਦਾ, ਠੀਕ ਹੈ, ਕਿ ਇਹਨਾਂ ਲੋਕਾਂ ਦੀ ਜਾਨਾਂ ਬਚਾਉਣੀ ਜ਼ਰੂਰੀ। ਇੱਕ ਮਨ ਕੀ ਬਾਤ ਦੇ ਉੱਪਰ 8 ਕਰੋੜ ਦੇ ਲਗਭਗ ਖਰਚਾ ਹੈਗਾ ਸੁਮਨ। ਤੇ ਹੁਣ ਮੈਂ ਦੇਖੋ ਇਹ ਕੋਈ ਤਾਰੀਫ ਨਹੀਂ ਕਰਦਾ ਮਨਮੋਹਨ ਸਿੰਘ ਹੁਣਾਂ ਦੀ, ਮਨਮੋਹਨ ਸਿੰਘ ਨੇ 10 ਸਾਲ ਦੇਸ਼ ਦੇ ਉੱਪਰ ਰਾਜ ਕੀਤਾ ਹੈਗਾ। ਮਨਮੋਹਨ ਸਿੰਘ ਦਾ 10 ਸਾਲ ਦੇ ਵਿੱਚ 2600 ਕਰੋੜ ਰੁਪਏ ਉਹਨੇ ਆਪਣੇ ਪ੍ਰਚਾਰ ਤੇ ਖਰਚਿਆ। ਮਨਮੋਹਨ ਸਿੰਘ ਨੇ 10 ਸਾਲ 'ਚ, ਇਹਨਾਂ ਨੇ 7 ਸਾਲ ਦੇ ਵਿੱਚ 7000 ਕਰੋੜ ਰੁਪਏ ਖਰਚਦਾ ਹੈਗਾ। ਇਹਨਾਂ ਦਾ ਪਰ ਡੇ ਜਿਹੜਾ ਪ੍ਰਚਾਰ ਦਾ ਖਰਚਾ, ਮੋਦੀ ਸਾਹਿਬ ਦਾ ਪਰ ਡੇ ਪ੍ਰਚਾਰ ਦਾ ਖਰਚਾ ਹੈਗਾ 3 ਕਰੋੜ 7 ਲੱਖ ਰੁਪਏ ਪਰ ਡੇ। ਮਨਮੋਹਨ ਸਿੰਘ ਦਾ 72 ਲੱਖ ਰੁਪਏ ਸੀਗਾ। ਤੁਸੀਂ ਦੇਖੋ ਦੇਸ਼ ਦੀ, ਹੁਣ ਆਪਾਂ ਦਿੱਲੀ ਦੀ ਗੱਲ ਕਰ ਰਹੇ, ਦਿੱਲੀ ਸਰਕਾਰ ਕਹਿੰਦੇ ਦਿੱਲੀ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਸੀਗੇ। ਜਨਵਰੀ 20, ਫਰਵਰੀ 20 ਤੇ ਮਾਰਚ 20, 3 ਮਹੀਨੇ ਵਿੱਚ 150 ਕਰੋੜ ਰੁਪਏ ਦਾ ਉਹਨੇ ਆਪਣਾ ਪ੍ਰਚਾਰ ਕੀਤਾ ਕਰੋਨਾ ਦਾ। ਤੇ ਕਰੋਨਾ ਦਾ ਕੀ ਹਾਲ ਸੀ ਦਿੱਲੀ ਦੇ ਵਿੱਚ, ਵੀ ਆਪਣਾ ਪ੍ਰਚਾਰ ਕਰਨਾ, ਆਪਣੇ ਪ੍ਰਚਾਰ ਕਰਨ ਨਾਲ ਤੁਸੀਂ ਦੇਖੋ ਲੋਕਾਂ ਨੂੰ ਲੁਭਾਉਣਾ ਝੂਠਾ ਪ੍ਰਚਾਰ ਕਰਕੇ, ਇਹ ਸਾਡੇ ਮਤਲਬ ਡੈਮੋਕ੍ਰੇਸੀ ਦੇ ਦੇਸ਼ ਦੇ ਵਿੱਚ, ਲੋਕਤੰਤਰ ਦੇ ਵਿੱਚ ਇੱਕ ਰਿਵਾਜ ਬਣ ਚੁੱਕਿਆ ਹੈ। ਤੇ ਇਹ ਨਵੇਂ ਸੰਸਦ ਭਵਨ ਤੇ ਜਿਹੜਾ ਖਰਚਾ ਆ ਰਿਹਾ 20000 ਕਰੋੜ ਦਾ, ਉਹ ਵੀ ਗਿਣਾ ਦਿੱਤਾ ਜਾਏ। ਹੁਣ ਦੇਖੋ ਨਵੇਂ ਸੰਸਦ ਭਵਨ ਦੀ ਗੱਲ ਕਰ ਲਓ ਤੁਸੀਂ, ਪਹਿਲਾਂ 9000 ਕਰੋੜ ਦਾ ਬਜਟ ਰੱਖਿਆ ਗਿਆ, ਉਹ ਪ੍ਰਧਾਨ ਮੰਤਰੀ ਸਾਹਿਬ ਦਾ ਘਰ ਹੈ, ਨਵਾਂ ਸੰਸਦ ਭਵਨ ਤੇ ਐਮਪੀਜ਼ ਦੇ ਰਹਿਣ ਨੂੰ ਉਹਨਾਂ ਦੇ ਫਲੈਟਸ ਤੇ ਕੋਠੀਆਂ ਹੈਗੀਆਂ ਨੇ। ਪਹਿਲਾਂ 9000 ਕਰੋੜ ਰੁਪਈਆ ਹੋਇਆ, ਠੀਕ, ਫਿਰ 13000 ਕਰੋੜ ਹੋਇਆ, ਹੁਣ 20000 ਕਰੋੜ ਰੁਪਈਆ ਹੋ ਗਿਆ। ਤੁਸੀਂ ਦੇਖੋ ਕਿੱਡਾ ਵੱਡੀ ਤਰਾਸਦੀ ਹੈ ਇਸ ਦੇਸ਼ ਦੇ ਵਿੱਚ, ਕਿੱਥੇ ਡੈਮੋਕ੍ਰੇਸੀ ਹੈ, ਕਿੱਥੇ ਲੋਕਤੰਤਰ ਹੈ, ਕਿੱਥੇ ਲੋਕਾਂ ਦੀ ਪ੍ਰਵਾਹ ਹੋ ਰਹੀ ਹੈ, ਲੋਕ ਕਿਸ ਤਰ੍ਹਾਂ ਆਕਸੀਜਨ ਬਿਨਾਂ ਮਰੇ ਨੇ। ਤੇ ਦੇਖੋ ਉੱਥੇ 24 ਆਵਰਸ ਦੇਸ਼ ਦੇ ਪੂਰੇ ਸਾਰੇ ਬਿਜ਼ਨਸ ਠੱਪ ਹੋ ਗਏ, ਸਾਰੀਆਂ ਜ਼ਰੂਰੀ ਵਸਤਾਂ ਜਿਹੜੀਆਂ ਸੀਗੀਆਂ ਉਹ ਬਿਲਕੁਲ ਲਿਮਟਿਡ ਉਹਨੂੰ ਪਾਸੇ ਦਿੱਤੇ ਗਏ। ਉੱਥੇ ਅੱਜ ਵੀ 24 ਆਵਰ ਕੰਮ ਚੱਲਦਾ ਤੇ ਉਹਦੇ ਤੇ ਟਾਰਗੇਟ ਹੈ, ਉਹ 'ਤੇ ਲਿਖਿਆ ਗਿਆ ਲੈਟਰ ਜਿਹੜੀ ਗਵਰਨਮੈਂਟ ਆਫ ਦਿੱਲੀ ਨੇ ਆਪਣੇ ਹੋਮ ਮਿਨਿਸਟਰੀ ਨੂੰ ਕੀਤੀ ਹੈਗੀ ਹੈ ਵੀ ਇਹ ਬਹੁਤ ਜ਼ਰੂਰੀ ਹੈ, ਵਿਦਿਨ 2021 ਅਸੀਂ ਪੂਰਾ ਕੰਪਲੀਟ ਕਰਨਾ, ਇਸ ਲਈ ਕੰਮ ਨਹੀਂ ਰੁਕਿਆ ਜਾ ਸਕਦਾ। ਲੋਕ ਮਰਨੇ ਜ਼ਰੂਰੀ ਨੇ, ਇਹ ਕੰਮ ਐਡਾ ਕੀ ਜ਼ਰੂਰੀ ਸੀਗਾ ਜਿਹੜੀ ਗਵਰਨਮੈਂਟ ਨੂੰ ਲੈਟਰ ਲਿਖਣੀ ਪਈ ਇਹਨਾਂ ਨੂੰ ਵੀ ਬਹੁਤ ਜ਼ਰੂਰੀ ਪਾਸ ਜਾਰੀ ਕੀਤੇ ਜਾਣ। ਤੁਸੀਂ ਦੇਖੋ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਹੈ, ਇਸ ਗੱਲਾਂ ਦਾ ਪਤਾ ਲੱਗਦਾ ਸਾਰੀਆਂ ਤੋਂ। ਸੁਮਨ, ਇਹਦੇ 'ਚ ਮੈਂ ਥੋੜਾ ਐਡ ਆਨ ਕਰਨਾ ਚਾਹੁੰਦਾ। ਇੱਕ ਪਾਸੇ ਸਾਡੇ ਕਿਸਾਨ ਨੇ 6 ਮਹੀਨਿਆਂ ਤੋਂ ਬੈਠੇ ਨੇ, ਤੇ 6 ਮਹੀਨਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋ ਕਿ ਕੀ ਨਹੀਂ ਹੰਢਾਇਆ ਸਾਡੇ ਕਿਸਾਨਾਂ ਨੇ। 400 ਕਿਸਾਨ ਜਿਹੜੇ ਆਪਣੀ ਜਾਨ ਨਿਸ਼ਾਵਰ ਕਰ ਗਏ। ਠੰਡ ਦੀਆਂ ਰਾਤਾਂ ਹੋਣ, ਗਰਮੀਆਂ ਹੋਣ, ਸਰਦੀਆਂ ਹੋਣ, ਲੋਕਤੰਤਰ ਦਾ ਕਾਂਡ ਬੜੀ ਵਾਰੀ ਹੋਇਆ। ਬਿਲਕੁਲ, ਕਿਵੇਂ ਜਿਹੜੇ ਰੋਕਿਆ ਗਿਆ, ਕਿਵੇਂ ਡੰਡੇ ਵਰਾਏ ਗਏ, ਕਿਵੇਂ ਸਾਰਾ ਕੁਝ ਸਾਡੇ ਸਾਹਮਣੇ ਆ। ਪਰ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਖਰਚੇ ਰਾਜਦੀਪ ਜੀ ਨੇ ਗਿਣਾਏ ਨੇ, ਇੱਕ ਵਾਰ ਫਿਰ ਵੀ ਦੱਸ ਦਿੰਦੇ ਆ। ਤੁਸੀਂ ਦੇਖੋ ਕਿ ਜੇ ਰੋਜ਼ ਦੀ ਸਿਕਿਉਰਿਟੀ ਦਾ ਖਰਚਾ ਜਿਹੜਾ ਇਹ 1 ਕਰੋੜ 62 ਲੱਖ ਰੁਪਏ ਆ, 600 ਕਰੋੜ ਰੁਪਇਆ ਤਾਂ ਪ੍ਰਧਾਨ ਮੰਤਰੀ ਮੋਦੀ ਦੀ ਸਿਕਿਉਰਿਟੀ ਤੇ ਖਰਚਾ ਆਉਂਦਾ ਹੈ। ਤੇ ਜਦੋਂ ਤੁਸੀਂ ਨਵੇਂ ਸੰਸਦ ਭਵਨ ਦੀ ਰੈਜ਼ੀਡੈਂਸ ਦੀ ਗੱਲ ਕਰਦੇ ਹੋ, 20000 ਕਰੋੜ ਰੁਪਇਆ ਉਹਦੇ ਤੇ ਖਰਚਿਆ ਜਾ ਰਿਹਾ ਹੈ। ਤੁਸੀਂ ਦੇਖੋ ਮਨ ਕੀ ਬਾਤ, ਇੱਕ ਮਨ ਕੀ ਬਾਤ ਤੇ 8 ਕਰੋੜ, ਮਤਲਬ ਅਰਬਾਂ ਰੁਪਇਆ ਜਿਹੜਾ ਹੈ ਉਹ ਇਸ ਤਰ੍ਹਾਂ ਵਿਅਰਥ ਜਿਹੜਾ ਜਾ ਰਿਹਾ ਹੈ। ਤੇ ਦੂਜੇ ਪਾਸੇ ਦੇਸ਼ ਦੇ ਲੋਕਾਂ ਦੀ ਜਾਨਾਂ ਜਾ ਰਹੀਆਂ ਨੇ। ਜਦੋਂ ਕਿਸਾਨਾਂ ਨੂੰ ਦੇਖਦੇ ਹੋ ਕੀ ਐਡਾ ਭਾਰ ਪੈਣ ਲੱਗਿਆ ਹੈ, ਜੇ 35000 ਕਰੋੜ ਰੁਪਇਆ ਤੁਸੀਂ ਦੇ ਦਿੰਦੇ ਹੋ, ਜਿਹੜੀ ਸਾਡੀ MSP ਮਿਲਦੀ ਹੈ, ਜੇ ਉਹ ਜਾਰੀ ਰੱਖਦੇ ਹੋ ਤਾਂ ਕੀ ਫਿਕਰ ਹੈਗੀ? ਇਹ ਮੇਰਾ ਅਗਲਾ ਸਵਾਲ ਸੀ ਕਿ ਕਿਉਂ ਨਹੀਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ। 6 ਮਹੀਨੇ ਹੋ ਗਏ ਨੇ, ਕਿਸਾਨਾਂ ਨੇ ਹੁਣ ਵੀ ਇੱਕ ਚਿੱਠੀ ਲਿਖੀ ਹੈ ਕਿ ਜਨਵਰੀ ਤੋਂ ਬਾਅਦ ਗੱਲਬਾਤ ਦਾ ਦੌਰ ਵੀ ਤੁਸੀਂ ਅੱਗੇ ਨਹੀਂ ਵਧਾਇਆ ਹੈਗਾ। ਕੀ ਨੁਕਸਾਨ ਹੋਏਗਾ ਸਰਕਾਰ ਦਾ? ਸੁਣ ਦੇਖੋ, ਸਾਨੂੰ MSP ਦਿੱਤੀ ਕਿਉਂ ਗਈ ਸੀ? ਸਾਡੀ ਕਿ ਬਾਰਡਰ ਸਟੇਟ, ਪੰਜਾਬ ਹਰਿਆਣਾ ਬਾਰਡਰ ਨਾਲ ਦਾ ਪਾਕਿਸਤਾਨ ਦਾ ਹੈ ਨਾ, ਤੇ ਬਾਰਡਰ ਸਟੇਟ ਲਈ ਹਮੇਸ਼ਾ ਸਿਕਿਉਰਿਟੀ ਸਰਕਾਰ ਲਈ ਜ਼ਰੂਰੀ ਹੁੰਦੀ ਹੈਗੀ ਆ। ਬਿਲਕੁਲ। ਤੇ ਅਸੀਂ ਟੋਟਲ ਸਾਡਾ 35000 ਕਰੋੜ, 28000 ਕਰੋੜ ਤੋਂ ਲੈ ਕੇ 35000 ਕਰੋੜ ਦੇ ਇਨ ਬਿਟਵੀਨ ਸਾਡੀ ਸਬਸਿਡੀ ਹੈਗੀ ਆ, ਸਾਨੂੰ ਮਿਲਦੀ ਪਈ ਹੈਗੀ ਆ। ਤੇ ਦੇਸ਼ ਦੀ ਜਿਹੜੀ, ਜੇਕਰ ਹੁਣ ਜੰਮੂ ਐਂਡ ਕਸ਼ਮੀਰ ਦੀ ਗੱਲ ਕਰੀਏ ਸੁਮਨ, ਜਿੰਨਾ ਸਾਨੂੰ ਸਬਸਿਡੀ ਮਿਲਦੀ ਪਈ ਹੈ ਨਾ, ਇਹ ਲਗਭਗ ਹੀ ਇੰਨਾ ਖਰਚਾ ਉੱਥੇ ਸਿਕਿਉਰਿਟੀ ਦਾ ਖਰਚਾ ਆ ਰਿਹਾ, ਜਿੰਨੀ ਉੱਥੇ ਮਿਲਟਰੀ ਬੈਠੀ ਹੈ, ਜਿੰਨੀ ਪੁਲਿਸ ਫੋਰਸਿਸ ਬੈਠੀਆਂ ਨੇ, ਜਿੰਨੀਆਂ ਏਜੰਸੀਜ਼ ਬੈਠੀਆਂ ਜੰਮੂ ਐਂਡ ਕਸ਼ਮੀਰ ਦੇ ਵਿੱਚ। ਕੀ ਮੋਦੀ ਸਾਹਿਬ ਇਹ ਚਾਹੁੰਦੇ ਪੰਜਾਬ ਦੇ ਹਾਲਾਤ ਖਰਾਬ ਹੋਣ? ਅਸੀਂ ਇਹਨਾਂ ਦਾ ਹੱਕ ਤਾਂ ਦੇਣਾ ਨਹੀਂ ਹੈਗਾ, ਫਿਰ ਅਸੀਂ ਸਿਕਿਉਰਿਟੀ ਦੇ ਪੈਸੇ ਖਰਚਾਂਗੇ। ਮੈਨੂੰ ਤਾਂ ਇਹੀ ਉਹਨਾਂ ਦੀ ਲੱਗਦੀ ਪਈ ਹੈ ਕਿ ਕਿਸੇ ਤਰ੍ਹਾਂ ਪੰਜਾਬ ਨੂੰ ਬਦਹਾਲ ਕੀਤਾ ਜਾਵੇ। ਸਰਕਾਰ ਦੀ ਬੇਸਿਕਲੀ ਨੀਅਤ ਸਹੀ ਨਹੀਂ ਹੈਗੀ। ਐਡੇ ਵੱਡੇ ਦੇਸ਼ ਦੇ ਵਿੱਚ 35000 ਕਰੋੜ ਰੁਪਏ ਕੀ ਹੁੰਦਾ? ਇੱਕ ਉਹ 'ਚ ਇਕੱਲਾ ਪੰਜਾਬ ਨਹੀਂ ਹੈਗਾ, ਪੰਜਾਬ ਵੀ ਆ, ਯੂਪੀ ਦੇ ਵੈਸਟਰਨ ਪਾਰਟ ਵੀ ਯੂਪੀ ਦਾ ਵੀ ਹੈਗਾ, ਹਰਿਆਣਾ ਵੀ ਹੈਗਾ, ਤੇ JNK ਵੀ ਹੈਗਾ, ਤੇ ਆਪਣੇ ਹਿਮਾਚਲ ਵੀ ਹੈਗਾ। ਕੱਲਾ ਇਹਦੇ ਵਿੱਚ ਸਰਕਾਰ ਦੀ ਨੀਤੀਆਂ ਤੇ ਨੀਅਤ ਤੇ ਅਕਸਰ ਸਵਾਲ ਖੜੇ ਹੁੰਦੇ। ਜਿਹੜੀ ਰਾਜਦੀਪ ਜੀ ਨੇ ਕਿ ਬਾਰਡਰ ਸਟੇਟ, ਅਸੀਂ ਇਹ
ਭੋਗ ਚੁੱਕੇ ਹਾਂ। ਪਹਿਲਾਂ ਪੰਜਾਬ ਦੇ ਵਿੱਚ ਖੜਕੂਬਾਦ ਦਾ ਦੌਰ ਰਿਹਾ 80ਵੀਆਂ ਤੋਂ ਲੈ ਕੇ 90ਵੀਆਂ ਤੱਕ 95ਵੀਆਂ ਤੱਕ। ਸਾਡੇ ਤੇ ਜਿਹੜਾ ਕਰਜ਼ਾ ਹੈ ਪੰਜਾਬ ਤੇ ਉਹ ਵੀ ਉਸੇ ਦੌਰਾਨ ਚੜਿਆ ਹੈਗਾ। ਜਿਹੜੀ ਸਿਕਿਉਰਿਟੀ ਫੋਰਸਿਸ ਦੀ ਗੱਲ ਹੈ, ਜੇ ਇੱਕ ਸੂਬਾ ਸ਼ਾਂਤਮਈ ਢੰਗ ਦੇ ਨਾਲ ਚੰਗਾ ਚੱਲ ਰਿਹਾ ਹੈ ਸਿਰਫ ਇਸ ਕਰਕੇ ਕਿ ਇੱਥੇ ਖੇਤੀ ਪ੍ਰਧਾਨ ਸੂਬਾ ਹੈ, ਤੁਸੀਂ ਉਹਨਾਂ ਦੀ ਜਿਹੜੀ ਵੀ ਇੱਥੇ ਕਣਕ ਝੋਨਾ ਹੋਰ ਫਸਲਾਂ ਹੁੰਦੀਆਂ ਨੇ ਉਹਨਾਂ ਨੂੰ MSP ਦਿਓ ਤੇ ਖੁਸ਼ਹਾਲ ਸੂਬਾ ਪੰਜਾਬ ਨੂੰ ਮੰਨਦੇ ਆ। ਤੇ ਟੋਟਲ ਜਦੋਂ ਅਸੀਂ ਇਹ ਦੇਖਦੇ ਹਾਂ ਜਿਹੜੀ ਇਹ ਕੈਸ਼ ਕ੍ਰੈਡਿਟ ਲਿਮਟ ਹੈਗੀ ਹੈ ਤਾਂ ਉਹ ਟੋਟਲ ਦੋਵਾਂ ਚਾਹੇ ਕਣਕ ਦੀ ਲਾ ਲਓ ਚਾਹੇ ਝੋਨੇ ਦੀ ਲਾ ਲਓ 65,000 ਕਰੋੜ ਰੁਪਇਆ ਬਣਦਾ ਤੇ ਉਹਦੇ ਵਿੱਚ ਵੀ ਅਸੀਂ ਆਪਣੀ ਫਸਲ ਦਿੰਦੇ ਹਾਂ। ਕਣਕ ਵੀ ਸਰਕਾਰ ਦੇ ਕੇਂਦਰੀ ਪੂਲ 'ਚ ਜਾਂਦੀ ਹੈ ਤੇ ਝੋਨਾ ਵੀ ਜਾਂਦਾ ਹੈ। ਮਤਲਬ ਅਸੀਂ ਬਗੈਰ ਕਿਸੇ ਚੀਜ਼ ਦੇਣ ਤੋਂ ਕੋਈ ਖੈਰਾਤ ਤਾਂ ਨਹੀਂ ਮੰਗ ਰਹੇ, ਆਪਣੀ ਫਸਲ ਦੇ ਰਹੇ ਹਾਂ ਤੇ ਉਹਦਾ ਹੀ ਹੱਕ ਜਿਹੜੇ ਕਿਸਾਨ ਨੇ ਸਾਡੇ ਭਰਾ ਨੇ ਉਹ 6 ਮਹੀਨਿਆਂ ਤੋਂ ਮੰਗ ਰਹੇ ਨੇ। ਤੁਸੀਂ ਸਰਕਾਰ ਦੇ ਤਾਨਾਸ਼ਾਹੀ ਰਵੱਈਆ ਦੇਖੋ ਕਿ ਕਿਹੜੀ ਸਰਕਾਰ ਹੋ ਸਕਦੀ ਹੈ ਕਿ ਜਿਹੜੇ ਆਪਣੇ ਨਾਗਰਿਕਾਂ ਦੀ ਗੱਲ ਹੀ ਨਾ ਸੁਣੇ। 6 ਮਹੀਨੇ ਹੋ ਗਏ, ਆਪਾਂ ਸਾਰਿਆਂ ਨੇ ਕਵਰ ਕੀਤਾ ਜਾ ਕੇ, ਉੱਥੇ ਤੁਸੀਂ ਵੀ ਗਏ ਹੋ ਅਸੀਂ ਵੀ ਗਏ ਹੋ। 22 ਜਨਵਰੀ ਤੋਂ ਬਾਅਦ ਗੱਲਬਾਤ ਨਹੀਂ ਤੋਰੀ। ਰਵੱਈਆ ਦੇਖੋ ਸਰਕਾਰ ਦਾ, ਮਤਲਬ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਤੁਸੀਂ ਵੀ ਇਹ ਬੈਠੇ ਰਹਿਣ ਸੜਕਾਂ ਤੇ? ਚਿੱਠੀ ਲਿਖੀ ਗਈ ਸੀ ਸਰਕਾਰ ਨੂੰ ਕਿਸਾਨਾਂ ਦੇ ਵੱਲੋਂ ਕਿ 25 ਤੱਕ ਸਾਨੂੰ ਦੇ ਦਿਓ, ਕੋਈ ਨਾ ਕੋਈ ਸੱਦੇ ਦਾ ਕੋਈ ਹਿੰਟ ਹੀ ਦੇ ਦਿਓ, ਅਸੀਂ ਨਹੀਂ 26 ਨੂੰ ਕਾਲੇ ਦਿਨ ਵਜੋਂ ਮਨਾਵਾਂਗੇ, ਪਰ ਨਹੀਂ ਦਿੱਤਾ ਗਿਆ। ਬਿਲਕੁਲ ਇਹੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਕਿ ਇਹ ਤਾਨਾਸ਼ਾਹ ਰਾਜ ਨਹੀਂ ਹੈਗਾ, ਇਹ ਡੈਮੋਕ੍ਰੇਸੀ ਹੈ। ਜੇ ਡੈਮੋਕ੍ਰੈਟਿਕ ਕੰਟਰੀ ਹੈਗਾ ਇਹ ਤਾਂ ਉਹਨੂੰ ਡੈਮੋਕ੍ਰੇਸੀ ਦੇ ਨਾਲ ਹੀ ਚੱਲਣਾ ਚਾਹੀਦਾ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੋਕਤੰਤਰ ਦੇ ਵਿੱਚ ਇਹ ਹੁੰਦਾ ਹੈ ਕਿ ਲੋਕਾਂ ਦੀ ਗੱਲ ਸੁਣੀ ਜਾਵੇ। ਸੰਵਿਧਾਨ ਦੇ ਮੁਤਾਬਕ ਸਾਨੂੰ ਹੱਕ ਹੈ ਪ੍ਰੋਟੈਸਟ ਕਰਨ ਦਾ, ਪਰ ਇਹ ਨਹੀਂ ਕਿ 6 ਮਹੀਨੇ ਹੋ ਗਏ ਤੁਸੀਂ ਗੱਲ ਹੀ ਨਾ ਸੁਣੋ। ਕੀ ਭਵਿੱਖ ਲੱਗ ਰਿਹਾ ਤੁਹਾਨੂੰ, ਕਿਸਾਨਾਂ ਦਾ ਕੀ ਭਵਿੱਖ ਲੱਗ ਰਿਹਾ ਰਾਜਦੀਪ ਜੀ? ਦੇਖੋ ਇਸ ਤਰ੍ਹਾਂ ਹੈਗਾ, ਜਦੋਂ ਤੱਕ ਸਰਕਾਰ ਤੇ ਪ੍ਰਭਾਵ ਨਹੀਂ ਆਉਂਦਾ ਹੈਗਾ, ਸਰਕਾਰ ਤੇ ਪ੍ਰੈਸ਼ਰ ਜ਼ਰੂਰੀ ਹੈਗਾ। ਹੁਣ ਸਾਨੂੰ ਉਹ ਜਿਹੀ ਵਿਉਂਤਬੰਦੀ ਕਰਨੀ ਪੈਣੀ ਆ ਜਿਹਨਾਂ ਸਰਕਾਰ ਦੇ ਉੱਪਰ ਪ੍ਰੈਸ਼ਰ ਆਵੇ। ਜੇ ਸਰਕਾਰ ਤੇ ਪ੍ਰੈਸ਼ਰ ਨਹੀਂ ਹੋਊਗਾ, ਆਪਾਂ ਅੱਜ ਕਾਲੇ ਝੰਡੇ ਲਾ ਲਏ, ਚਲੋ ਠੀਕ ਆ, ਕਾਲੇ ਝੰਡੇ ਲਾਉਣ ਨਾਲ ਮੈਨੂੰ ਲੱਗਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ। ਸਾਨੂੰ ਕੋਈ ਇਹੋ ਜਿਹੀ ਵਿਉਂਤ ਪਾਉਣੀ ਪੈਣੀ ਹੈ ਜਿਹਨਾਂ ਸਰਕਾਰ ਦੇ ਉੱਪਰ ਕੋਈ ਦਬਾਅ ਆਵੇ। ਪਰ ਰਾਜਦੀਪ ਜੀ ਸਰਕਾਰ ਨੂੰ ਵੀ ਤਾਂ ਚਾਹੀਦਾ ਨਾ, ਜੇ ਹੁਣ ਪੰਜਾਬ ਦੇ ਲੋਕ, ਹਰਿਆਣਾ ਦੇ ਲੋਕ ਜਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਇੱਕ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਕਿਉਂ ਪ੍ਰਵੋਕ ਕਰ ਰਹੇ ਹੋ ਕਿ ਉਹ ਇਸ ਲੈਵਲ ਤੱਕ ਜਾਣ ਕਿ ਵੱਡਾ ਐਕਸ਼ਨ ਪਲਾਨ ਕਿਉਂ ਨਹੀਂ ਸਰਕਾਰ ਸੁਣ ਲੈਂਦੀ ਉਹਨਾਂ ਦੀ? 400 ਜਾਨਾਂ ਸ਼ਹਾਦਤਾਂ ਹੋ ਗਈਆਂ ਨੇ, ਕੰਨਾਂ ਤੇ ਜੂੰ ਤੱਕ ਨਹੀਂ ਰਹਿੰਗੀ, ਬਾਰ-ਬਾਰ ਪ੍ਰੋਟੈਸਟ ਹੋ ਰਹੇ, ਬਾਰ-ਬਾਰ ਆਪਣਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 400 ਸ਼ਹਾਦਤਾਂ ਦਾ ਕੋਈ ਅਸਰ ਨਹੀਂ ਪੰਜਾਬ ਦੀ ਗੱਲ, ਅਸੀਂ ਦੁਨੀਆ 'ਚ ਦੇਖ ਲਓ ਸਾਡੇ ਦੇਸ਼ ਦਾ, ਅਸੀਂ ਕਿੱਥੇ ਖੜੇ ਆ, ਸਾਡਾ ਦੇਸ਼ ਜਾ ਕੇ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਕਿੱਥੇ ਗਏ ਆ, ਕਿਸ ਤਰ੍ਹਾਂ ਦੀ ਬਦਨਾਮੀ ਐਪੈਡਮਿਕ 'ਚ ਹੋਈ ਹੈ, ਜਿਹੜੀ ਹੋਈ ਹੈ ਹੁਣ ਕਰੋਨਾ ਦੇ ਵਿੱਚ, ਕਿਸ ਤਰ੍ਹਾਂ ਲਾਸ਼ਾਂ ਲੋਕਾਂ ਨੇ, ਅਮਰੀਕਾ ਨੇ ਦੇਖਿਆ। ਕਿਸਾਨ ਅੰਦੋਲਨ ਤੇ UNO ਨੇ, UK ਨੇ, ਸਾਰੇ ਸੰਸਥਾ ਨੇ, ਉਹਨਾਂ ਨੇ ਦੇਖੋ ਇਸ ਦਾ ਵਿਰੋਧ ਕੀਤਾ ਹੈਗਾ। ਉਹ ਜੇ ਇੰਨਾ ਕੁਛ ਹੋਣ ਦੇ ਬਾਵਜੂਦ ਜੇ ਮੋਦੀ ਸਾਹਿਬ ਦੇ ਕੰਨ ਤੇ ਜੂੰ ਨਹੀਂ ਰਿੰਗੀ ਹੈਗੀ ਤਾਂ ਹੁਣ ਵੀ ਨਹੀਂ ਰਿੰਗਣੀ ਹੈਗੀ। ਚਾਹੇ ਝੰਡੇ ਚਲਾ ਲਓ, ਚਾਹੇ ਜੋ ਮਰਜ਼ੀ ਕਰ ਲਓ ਹੈਗੇ। ਮੈਂ ਹੁਣ ਵੀ ਇਹ ਕਹਿ ਰਿਹਾ, ਸਾਨੂੰ ਕੋਈ ਠੋਸ ਨੀਤੀ ਬਣਾਉਣੀ ਪੈਣੀ ਹੈ। ਸਾਨੂੰ ਦਿਖਾਉਣਾ ਪੈਣਾ ਸਾਡੀ ਤਾਕਤ ਕੀ ਹੈ। ਹੁਣ UP 'ਚ ਇਲੈਕਸ਼ਨ ਆ ਰਹੇ ਗਾਹਾਂ ਜਾ ਕੇ, ਉੱਥੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ। ਜੇ ਲੋਕ ਸ਼ਕਤੀ ਇਕੱਠੀ ਹੋਊ ਨਾ, ਸਾਰੇ ਲੋਕ ਇਕੱਠੇ ਹੋਣਗੇ ਤਾਂ ਉਹਦੇ ਕਿ ਮੋਦੀ ਕੁਛ ਨਹੀਂ, ਲੋਕਾਂ ਦਾ ਬਣਾਇਆ ਹੋਇਆ ਬਾਦਸ਼ਾਹ ਹੈਗਾ। ਇਹ ਘਰੋਂ ਜੰਮਿਆ ਬਾਦਸ਼ਾਹ ਨਹੀਂ ਹੈਗਾ, ਇਹ ਲੋਕਾਂ ਦਾ ਬਣਾਇਆ ਹੋਇਆ ਬਾਦਸ਼ਾਹ ਹੈਗਾ। ਜੇ ਲੋਕਾਂ ਨੂੰ ਤਖਤ ਤੇ ਬਿਠਾਉਣਾ ਹੁੰਦਾ ਨਾ ਤਾਂ ਲੋਕਾਂ ਨੂੰ ਕੰਨ ਫੜ ਕੇ ਨੀਚੇ ਲਾਉਣਾ ਵੀ ਆਉਂਦਾ ਹੈ। ਬਿਲਕੁਲ ਇਹ ਕੋਈ ਜਿਹੜੀ ਗੱਲ ਕਹੀ ਹੈ ਕਿ ਕੋਈ ਗਰਭ 'ਚੋਂ ਪੈਦਾ ਹੋਇਆ ਨੇਤਾ ਜਾਂ ਬਾਦਸ਼ਾਹ ਨਹੀਂ ਹੈਗਾ, ਰਾਜਾ ਨਹੀਂ ਹੈਗਾ। ਇਹ ਮਤ ਪੇਟੀ 'ਚੋਂ ਜਿਹੜੀ ਲੋਕਾਂ ਦੀ ਹੈ, ਜੇ ਲੋਕ ਚੜਾਉਂਦੇ ਨੇ ਤਾਂ ਉਤਾਰ ਵੀ ਦਿੰਦੇ ਨੇ। ਜਿਹੜੀ ਗੱਲ ਇੱਕ ਥੋੜਾ ਜਿਹਾ ਕੰਪੈਰੀਜ਼ਨ ਅਸੀਂ ਕਰਨਾ ਚਾਹੁੰਦੇ ਹਾਂ ਕਿ ਜਦੋਂ ਸਰਕਾਰ ਆਈ ਸੀ 2014 ਦੀ, ਤਾਂ UPA ਗਵਰਨਮੈਂਟ ਸੀਗੀ, ਉਸ ਤੋਂ ਪਹਿਲਾਂ ਸਿਲੰਡਰਾਂ ਦੇ ਭਾਅ ਦੀ ਗੱਲ ਹੋਈ, ਪੈਟਰੋਲ ਡੀਜ਼ਲ ਦੀ ਗੱਲ ਹੋਈ, ਮਹਿੰਗਾਈ ਦੀ ਗੱਲ ਹੋਈ। ਤਾਂ ਹੁਣ ਤੁਸੀਂ ਕੰਪੈਰੀਜ਼ਨ ਕਰਕੇ ਤਾਂ ਦੇਖੋ, ਰੁਪਈਏ ਤੇ ਡਾਲਰ ਦੇ ਮੁਕਾਬਲੇ ਦੀ ਗੱਲ ਹੋਈ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਮੋਦੀ ਸਰਕਾਰ ਫੇਲ ਹੋਈ ਆ, ਚਾਹੇ ਰਸੋਈ ਗੈਸ ਦੇ, ਚਾਹੇ ਪੈਟਰੋਲ ਦੇ, ਚਾਹੇ ਡੀਜ਼ਲ ਦੇ, ਚਾਹੇ ਜਿੰਨੀਆਂ ਵੀ ਮਹਿੰਗਾਈ ਦੀ ਗੱਲ ਹੈਗੀ ਹੈ, ਦਾਲਾਂ ਦੀ ਗੱਲ, ਹਰ ਚੀਜ਼ ਦੇ ਵਿੱਚ ਮਹਿੰਗਾਈ ਬੇਤਹਾਸ਼ਾ ਵਧੀ ਹੈ, ਜਦ ਕਿ ਭੰਡਿਆ ਜਿਹੜਾ ਉਸ ਵੇਲੇ ਦੀ ਸਰਕਾਰ ਨੂੰ ਜਾਂਦਾ ਸੀਗਾ। ਬਿਲਕੁਲ ਸਹੀ ਕਿਹਾ। ਸਾਡਾ ਅੱਜ ਦਾ ਗੱਲਬਾਤ ਕਰਨ ਦਾ ਮਕਸਦ ਸਰਕਾਰਾਂ ਨੂੰ ਭੰਡਣਾ, ਸਰਕਾਰਾਂ ਨੂੰ ਬਦਨਾਮ ਕਰਨਾ ਨਹੀਂ ਹੈਗਾ, ਬਲਕਿ ਤੁਹਾਨੂੰ ਇਹ ਦੱਸਣਾ ਹੈ ਕਿ ਜੋ ਵਾਅਦੇ ਤੁਹਾਡੇ ਨਾਲ ਇਹਨਾਂ 7 ਸਾਲਾਂ ਦੇ ਦੌਰਾਨ ਕੀਤੇ ਗਏ ਨੇ, ਉਹਨਾਂ ਵਾਅਦਿਆਂ ਨੂੰ ਕਰਨ ਤੋਂ ਬਾਅਦ ਤੁਹਾਨੂੰ ਹਾਸਲ ਕੀ ਹੋਇਆ। ਤਾਂ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ। ਅਸੀਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ। ਫਿਲਹਾਲ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ।